So students, today we are going to discuss very important topic from chapter excretory product and their elimination, and the name of the topic is counter current mechanism, right? So अपने लास्ट टॉपिक ਦੇ ਵਿੱਚ लास्ट ਲੈਕਚਰ ਦੇ ਵਿੱਚ ਬੇਟਾ ਆਪਾਂ यूरिन फॉर्मेशन ਦਾ टॉपिक डिस्कस ਕੀਤਾ। ਅੱਜ ਅਸੀਂ ਜਿਹੜਾ ਟੌਪਿਕ ਪੜ੍ਹਨਾ ਹੈ ਉਹ ਹੈ ਕਾਊਂਟਰ ਕਰੰਟ ਮਕੈਨਿਜ਼ਮ, ਔਰ ਇਸ ਮਕੈਨਿਜ਼ਮ ਤੋਂ ਬਾਅਦ ਜਦੋਂ ਅਸੀਂ ਐਂਡ 'ਤੇ ਪਹੁੰਚਾਂਗੇ ਸਾਨੂੰ ਪਤਾ ਲੱਗੇਗਾ ਕਿ ਵਾਈ ਇਨ ਕੇਸ ਆਫ ਹਿਊਮਨ ਬੀਇੰਗਸ ਵੀ ਪਾਸ ਹਾਈਪਰਟੋਨਿਕ ਯੂਰਿਨ, ਕੰਸਨਟ੍ਰੇਟਡ ਯੂਰਿਨ ਮੀਨਸ ਜਦੋਂ ਸਾਡਾ ਗਲੋਮੈਰੂਲਸ ਸਾਡੇ ਬਲੱਡ ਨੂੰ ਫਿਲਟਰ ਕਰਦਾ ਹੈ ਅਤੇ ਨੀਚੇ ਜਿਹੜਾ ਫਿਲਟਰੇਟ ਆਉਂਦਾ ਹੈ ਉਸ ਫਿਲਟਰੇਟ ਤੋਂ 4 ਟਾਈਮਸ ਵੱਧ ਕੰਸਨਟ੍ਰੇਟਡ ਸੰਘਣਾ ਯੂਰਿਨ ਜਿਹੜਾ ਹੈ ਉਹ ਸਾਡੀ ਬੋਡੀ ਪਾਸ ਕਰਦੀ ਹੈ। ਹਾਊ ਦਿਸ ਹੈਪਨਸ, ਇਹਦੇ ਪਿੱਛੇ ਕਿਹੜਾ ਮਕੈਨਿਜ਼ਮ ਹੈ ਉਹ ਅਸੀਂ ਮਕੈਨਿਜ਼ਮ ਅੱਜ ਡਿਸਕਸ ਕਰਨਾ, ਕਾਊਂਟਰ ਕਰੰਟ ਮਕੈਨਿਜ਼ਮ। ਸੋ ਬਿਫੋਰ ਸਟਾਰਟਿੰਗ ਦਿਸ ਕਾਊਂਟਰ ਕਰੰਟ ਮਕੈਨਿਜ਼ਮ ਮੈਂ ਪਹਿਲਾਂ ਤੁਹਾਨੂੰ ਦੱਸਦਾ ਕਿ ਬੇਸਿਕਲੀ ਜਿਹੜਾ ਕਾਊਂਟਰ ਕਰੰਟ ਮਕੈਨਿਜ਼ਮ ਹੈ ਮੇਨਲੀ ਉਹ ਅਸੀਂ 2 ਪਾਰਟਸ ਵਿੱਚ ਡਿਸਕਸ ਕਰਨਾ ਹੈ। 2 ਹਿੱਸਿਆਂ ਦੇ ਵਿੱਚ ਇਹ ਕਾਊਂਟਰ ਕਰੰਟ ਮਕੈਨਿਜ਼ਮ ਚੱਲਦਾ ਹੈ। ਇੱਕ ਤਾਂ ਲੂਪ ਆਫ ਹੈਨਲੇਜ਼ ਲੂਪ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਜਿਹੜੀ ਨੀਚੇ ਵੱਲ ਨੂੰ ਜਾ ਰਹੀ ਹੈ ਡਿਸੈਂਡਿੰਗ ਲਿੰਬ, ਅਤੇ ਇਹ ਜਿਹੜੀ ਉੱਪਰ ਵੱਲ ਨੂੰ ਜਾ ਰਹੀ ਹੈ ਅਸੈਂਡਿੰਗ ਲਿੰਬ। ਇਹਨਾਂ ਦੋਨਾਂ ਲਿੰਬਸ ਦੇ ਵਿੱਚ ਕਾਊਂਟਰ ਕਰੰਟ ਮਕੈਨਿਜ਼ਮ ਚੱਲਦਾ। ਇੱਕ ਇਹਨਾਂ ਲਿੰਬ ਦੇ ਅਰਾਊਂਡ ਜਿਹੜੀਆਂ ਬਲੱਡ ਵੈਸਲਸ ਨੇ ਤੁਹਾਨੂੰ ਦਿਖਾਈ ਦੇ ਰਹੀਆਂ ਬਰਾਊਨ ਕਲਰ ਦੀਆਂ, ਜਿਹੜੀਆਂ ਇਹਦੇ ਦੁਆਲੇ ਨੈਟਵਰਕ ਆਫ ਬਲੱਡ ਵੈਸਲ ਜਿਹੜੀਆਂ ਇਹਦੇ ਦੁਆਲੇ ਨੇ ਉਹਨਾਂ ਨੂੰ ਅਸੀਂ ਵਾਸਾ ਰੈਕਟਾ ਕਹਿੰਦੇ ਹਾਂ। ਇੱਕ ਵਾਸਾ ਰੈਕਟਾ ਦੇ ਵਿੱਚ ਕਾਊਂਟਰ ਕਰੰਟ ਮਕੈਨਿਜ਼ਮ ਚੱਲਦਾ ਮੇਨਲੀ। ਸੋ ਇਹਨਾਂ ਦੋਨਾਂ ਦੇ ਕੇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਾਊਂਟਰ ਕਰੰਟ ਮਕੈਨਿਜ਼ਮ ਕਿਵੇਂ ਵਰਕ ਕਰਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਕਿਵੇਂ ਵਾਸਾ ਰੈਕਟਾ ਦੇ ਵਿੱਚ ਜਿਹੜੀਆਂ ਬਲੱਡ ਵੈਸਲਸ ਅਸੀਂ ਪੜ੍ਹੀਆਂ ਨੇ, ਜਿਹੜੀਆਂ ਹੈਨਲੇਜ਼ ਦੀਆਂ ਲੂਪ ਦੇ ਅਰਾਊਂਡ, ਲੂਪ ਆਫ ਹੈਨਲੇ ਦੇ ਅਰਾਊਂਡ ਜਿਹੜੀਆਂ ਬਲੱਡ ਦੀਆਂ ਵੈਸਲਸ ਉਹਦੇ ਅਰਾਊਂਡ ਪ੍ਰੈਜ਼ੈਂਟ ਨੇ, ਉਹਨਾਂ ਵਿੱਚ ਕਿਵੇਂ ਕਾਊਂਟਰ ਕਰੰਟ ਮਕੈਨਿਜ਼ਮਸ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਵਾਸਾ ਰੈਕਟਾ 'ਚ ਡਿਸਕਸ ਕਰਨਾ ਹੈ। ਸੋ ਅਸੀਂ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਵਾਟ ਇਜ਼ ਕਾਊਂਟਰ ਕਰੰਟ। ਬੱਚੇ ਕਾਊਂਟਰ ਦਾ ਮਤਲਬ ਹੁੰਦਾ ਓਪੋਜ਼ਿਟ। ਵੈਨ 2 ਥਿੰਗਸ ਮੂਵ ਇਨ ਓਪੋਜ਼ਿਟ ਡਾਇਰੈਕਸ਼ਨ ਦ ਟਰਮ ਇਜ਼ ਕਾਲਡ ਐਸ ਕਾਊਂਟਰ, ਰਾਈਟ। ਕਾਊਂਟਰ ਕਰੰਟ ਦਾ ਮਤਲਬ ਹੁੰਦਾ ਫਲੋ, ਰਾਈਟ। ਇੱਥੇ ਜਿਹੜੀ ਚੀਜ਼ ਫਲੋ ਕਰ ਰਹੀ ਹੈ ਉਹ ਅਸੀਂ ਦੇਖਾਂਗੇ ਕੀ ਫਲੋ ਕਰਦਾ ਹੈ ਐਂਡ ਹਾਊ ਦੇ ਫਲੋ ਇਨ ਓਪੋਜ਼ਿਟ ਡਾਇਰੈਕਸ਼ਨ ਇਨ ਦ 2 ਟਿਊਬਸ। 2 ਨਾਲ ਲੱਗਦੀਆਂ ਟਿਊਬਸ ਨੇ, ਉਹਨਾਂ 'ਚ ਉਹ ਚੀਜ਼ਾਂ ਓਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੀਆਂ, ਅਸੀਂ ਉਹਨੂੰ ਕਹਿੰਦੇ ਹਾਂ ਕਾਊਂਟਰ ਕਰੰਟ ਮਕੈਨਿਜ਼ਮ। ਠੀਕ ਹੈ ਜੀ। ਸੋ ਅਸੀਂ ਡਿਸਕਸ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਵਾਸਾ ਰੈਕਟਾ ਦੇ ਵਿੱਚ ਕਿਵੇਂ ਕਾਊਂਟਰ ਕਰੰਟ ਚੱਲਦਾ। ਕਾਊਂਟਰ ਮੀਨਸ ਓਪੋਜ਼ਿਟ, ਕਰੰਟ ਮੀਨਸ ਮੂਵਮੈਂਟ। ਹਾਊ ਕਾਊਂਟਰ ਕਰੰਟ ਅਕਰਸ ਇਨ ਦਿਸ ਵਾਸਾ ਰੈਕਟਾ। ਦੇਖੋ ਅਸੀਂ ਪੜ੍ਹ ਕੇ ਆਏ ਹਾਂ, ਇਹ ਜਿਹੜਾ ਕੱਪ ਸ਼ੇਪਡ ਸਟਰਕਚਰ ਹੈ ਬਾਊਮੈਨ ਕੈਪਸੂਲ, ਇਹਦੇ ਵਿੱਚ ਹੈ ਕੈਪੀਲਰੀਜ਼ ਦਾ ਇੱਕ ਬੰਚ ਹੈ ਜਿਹਨੂੰ ਅਸੀਂ ਗਲੋਮੈਰੂਲਸ ਕਹਿੰਦੇ ਹਾਂ। ਜਿਹੜੀ ਸਾਡੀ ਏਫਰੈਂਟ ਆਰਟਰੀਓਲ ਹੈ ਉਹ ਬਲੱਡ ਨੂੰ ਲੈ ਕੇ ਆਉਂਦੀ ਹੈ, ਅਤੇ ਜਿਹੜੀ ਈਫਰੈਂਟ ਆਰਟਰੀਓਲ ਹੈ ਉਹ ਬਲੱਡ ਨੂੰ ਲੈ ਕੇ ਜਾਂਦੀ ਹੈ। ਮਤਲਬ ਕਿ ਜਦੋਂ ਬਲੱਡ ਫਿਲਟਰ ਹੋ ਜਾਂਦਾ ਈਫਰੈਂਟ ਲੈ ਜਾਂਦੀ ਹੈ, ਏਫਰੈਂਟ ਲੈ ਕੇ ਆਉਂਦੀ ਬਲੱਡ ਨੂੰ। ਜਦੋਂ ਏਫਰੈਂਟ ਆਰਟਰੀਓਲ ਬਲੱਡ ਨੂੰ ਲੈ ਕੇ ਆਈ, ਗਲੋਮੈਰੂਲਰ ਦੇ ਵਿੱਚ ਜਿਹੜਾ ਗਲੋਮੈਰੂਲਸ ਹੈ ਉਹਦੇ ਵਿੱਚ ਫਿਲਟਰੇਸ਼ਨ ਸਟਾਰਟ ਹੋ ਗਈ। ਫਿਲਟਰੇਸ਼ਨ ਸਟਾਰਟ ਹੋਣ ਤੋਂ ਬਾਅਦ ਇੱਥੇ ਜਿਹੜਾ ਨੀਚੇ ਵੱਲ ਨੂੰ ਆਇਆ ਫਿਲਟਰੇਟ ਕਹਿੰਦੇ ਅਸੀਂ ਇਹਨੂੰ, ਗਲੋਮੈਰੂਲਰ ਫਿਲਟਰੇਟ। ਠੀਕ ਹੈ ਜੀ। ਜਿਹੜਾ ਬਲੱਡ ਹੈ ਬੱਚੇ ਦੈਟ ਮੂਵਸ ਫਰੋਮ ਹੇਅਰ, ਜਦੋਂ ਫਿਲਟਰੇਸ਼ਨ ਹੋ ਗਈ ਟੂ ਈਫਰੈਂਟ ਆਰਟਰੀਓਲ। ਹੁਣ ਅਸੀਂ ਬਹੁਤ ਧਿਆਨ ਨਾਲ ਦੇਖਣਾ ਹੈ, ਇਹ ਜਿਹੜਾ ਪਾਰਟ ਹੈ ਬਲੂ ਵਾਲਾ, ਇਹ ਹੈ ਸਾਡਾ PCT। ਚਲੋ PCT 'ਚ ਤਾਂ ਸਾਡਾ ਇੱਥੇ ਕੋਈ ਫੰਕਸ਼ਨ ਨਹੀਂ ਹੈ ਇਹਦਾ ਕਾਊਂਟਰ ਕਰੰਟ ਦਾ, ਸੋ ਇਸ ਕਰਕੇ ਅਸੀਂ ਇੱਥੇ ਨਹੀਂ ਇਹਨੂੰ ਡਿਸਕਸ ਕਰਾਂਗੇ। ਜਦੋਂ ਇਹ ਔਰ ਇਹ ਜਿਹੜਾ ਅੱਪਰ ਵਾਲਾ ਪਾਰਟ ਹੈ ਜਿਹਦੇ ਵਿੱਚ PCT DCT ਪ੍ਰੈਜ਼ੈਂਟ ਹੈ ਉਹ ਕੋਰਟੈਕਸ ਪਾਰਟ ਹੁੰਦਾ ਹੈ, ਜਿੱਥੇ ਲੂਪ ਆਫ ਹੈਨਲੇਜ਼ ਪ੍ਰੈਜ਼ੈਂਟ ਹੁੰਦੀਆਂ ਨੇ ਉਹ ਮੈਡੂਲਰੀ ਪਾਰਟ ਹੁੰਦਾ ਹੈ ਕਿਡਨੀਜ਼ ਦਾ, ਰਾਈਟ। ਸੋ ਤੁਸੀਂ ਧਿਆਨ ਨਾਲ ਦੇਖੋ, ਜਦੋਂ ਈਫਰੈਂਟ ਆਰਟਰੀਓਲ ਥੱਲੇ ਵੱਲ ਨੂੰ ਆਈ ਇਨਟੂ ਦਾ ਮੈਡੂਲਰੀ ਰੀਜਨ, ਤੋ ਜਿਹੜੀ ਇਹ ਡਿਸੈਂਡਿੰਗ ਲਿੰਬ ਹੈ ਇਹ ਵਾਲੀ, ਮੈਂ ਇਹਨੂੰ ਲੇਬਲ ਕਰ ਦਿੰਦੀ ਹਾਂ। ਸੋ ਦਿਸ ਇਜ਼ ਡਿਸੈਂਡਿੰਗ ਲਿੰਬ। ਠੀਕ ਹੈ ਜੀ। ਸੋ ਜਦੋਂ ਬਲੱਡ ਦੀ ਜਿਹੜੀ ਵੈਸਲ ਹੈ ਉਹ ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਦੇ ਕੋਲ ਆਈ, ਪਹਿਲਾਂ ਤਾਂ ਤੁਸੀਂ ਧਿਆਨ ਨਾਲ ਦੇਖਣਾ ਇਹ ਜਿਹੜੀ ਬਲੱਡ ਦੀ ਵੈਸਲ ਹੈ ਇਹਦੇ ਪਿੱਛੇ ਗਈ, ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਦੇ ਪਿੱਛੋਂ ਦੀ ਕਰਵ ਲੈ ਕੇ, ਇਹ ਦੇਖੋ ਕਰਵ ਲੱਗਿਆ, ਫਿਰ ਅੱਗੇ ਵੱਲ ਨੂੰ ਆ ਕੇ ਫਿਰ ਉੱਪਰ ਨੂੰ ਜਾ ਰਹੀ ਹੈ। ਠੀਕ ਹੈ ਜੀ। ਸੋ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਅਗਰ ਮੈਂ ਜਿੱਦਾਂ ਮੇਰੀ ਪੈਨਸਿਲ ਦੀ ਮੂਵਮੈਂਟ ਹੈ, ਜਿਹੜਾ ਇਹ ਬਲੱਡ ਹੈ ਪਹਿਲਾਂ ਤਾਂ ਇੱਧਰ ਵੱਲ ਨੂੰ ਮੂਵ ਕੀਤਾ ਨੀਚੇ ਵੱਲ ਨੂੰ, ਫਿਰ ਜਦੋਂ ਇਹਨੇ ਇਹਦੇ ਦੁਆਲੇ ਕੋਇਲ ਬਣਾ ਕੇ ਡਿਸੈਂਡਿੰਗ ਲਿੰਬ ਤੋਂ ਉੱਪਰ ਵੱਲ ਨੂੰ ਗਈ ਤਾਂ ਬਲੱਡ ਓਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰ ਰਿਹਾ। ਇੱਧਰੋਂ ਨੀਚੇ ਵੱਲ ਨੂੰ ਆਇਆ ਟੂਵਰਡਸ ਦਾ ਮੈਡੂਲਾ, ਇੱਥੇ ਉੱਪਰ ਵੱਲ ਨੂੰ ਗਿਆ। ਸੋ ਇਹ ਜਿਹੜੇ 2 ਰੀਜਨਸ ਨੇ
ਇਹ ਜਿੱਥੇ ਕੋਇਲ ਬਣੀ ਹੈ, ਇੱਕ ਵਿੱਚ ਬਲੱਡ ਨੀਚੇ ਵੱਲ ਨੂੰ ਜਾਂਦਾ ਦਿਸ ਡਾਇਰੈਕਸ਼ਨ, ਤੇ ਜਦੋਂ ਇਹ ਕੋਇਲ ਕਰਵ ਹੋ ਕੇ ਇੱਥੇ ਉੱਪਰ ਵੱਲ ਨੂੰ ਜਾ ਲਿਆ ਬਲੱਡ ਵਿਲ ਮੂਵ ਇਨ ਦਾ ਓਪੋਜ਼ਿਟ ਡਾਇਰੈਕਸ਼ਨ। ਤਾਂ ਤੁਹਾਨੂੰ ਇੱਥੇ ਗੱਲ ਸਮਝ ਲੱਗ ਗਈ ਹੋਗੀ ਅਸੀਂ ਇੱਥੇ ਕਾਊਂਟਰ ਕਰੰਟ ਵਰਡ ਕਿਉਂ ਯੂਜ਼ ਕੀਤਾ। ਸੋ ਜਦੋਂ ਇਹਨਾਂ ਦੋਨਾਂ ਜਿਹੜੀ ਡਾਇਰੈਕਸ਼ਨਸ ਹੈ ਓਪੋਜ਼ਿਟ ਡਾਇਰੈਕਸ਼ਨ 'ਚ ਬਲੱਡ ਜਦੋਂ ਮੂਵ ਕਰਦਾ ਹੈ, ਦੋ ਚੀਜ਼ਾਂ ਹੁੰਦੀਆਂ ਨੇ, ਜ਼ਰਾ ਧਿਆਨ ਨਾਲ ਸੁਣਿਓ। ਜਿਹੜੀ ਇਹ ਬਲੱਡ ਦੀ ਵੈਸਲ ਹੈ ਇਹਦੇ ਅਰਾਊਂਡ ਇੱਕ ਫਲੂਇਡ ਪ੍ਰੈਜ਼ੈਂਟ ਹੈ ਮੈਡੂਲਾ ਦਾ, ਉਹਨੂੰ ਕਹਿੰਦੇ ਨੇ ਮੈਡੂਲਰੀ ਇੰਟਰਸਟੀਸ਼ੀਅਲ ਫਲੂਇਡ ਜਾਂ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ, ਰਾਈਟ। ਉਸ ਫਲੂਇਡ ਦੇ ਵਿੱਚ ਸੋਡੀਅਮ ਆਇਨਸ ਤੇ ਕਲੋਰਾਈਡ ਆਇਨਸ ਦੀ ਕੰਸਨਟ੍ਰੇਸ਼ਨ ਵੱਧ ਹੁੰਦੀ ਹੈ। ਸੋ ਦੋਜ਼ ਆਇਨਸ ਮੂਵ ਫਰੋਮ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ ਟੂ ਜਾਂ ਇਨਸਾਈਡ ਦਾ ਦਿਸ ਬਲੱਡ ਵੈਸਲ, ਬਾਹਰੋਂ ਅੰਦਰ ਵੱਲ ਨੂੰ ਮੂਵ ਕਰਕੇ, ਬਿਕੋਜ਼ ਉਹਨਾਂ ਦੀ ਕੰਸਨਟ੍ਰੇਸ਼ਨ ਬਾਹਰ ਵੱਧ ਸੀ ਅੰਦਰ ਘੱਟ ਸੀ, ਉਹ ਬਾਹਰੋਂ ਵੱਲ ਨੂੰ ਅੰਦਰ ਵੱਲ ਨੂੰ ਮੂਵ ਕਰਕੇ। ਕਲੀਅਰ ਹੋ ਗਿਆ। ਉਸ ਤੋਂ ਬਾਅਦ ਔਰ ਯਾਦ ਰੱਖਣੀ ਕਿ ਜਿਹੜਾ ਮੈਡੂਲਰੀ ਰੀਜਨ ਆ ਉਹ 'ਚ ਸੋਡੀਅਮ ਤੇ ਕਲੋਰਾਈਡ ਆਇਨ ਦੀ ਕੰਸਨਟ੍ਰੇਸ਼ਨ ਵੱਧ ਹੁੰਦੀ ਹੈ, ਤਾਂ ਹੀ ਮੂਵ ਕੀਤੇ ਨਾ ਫਰੋਮ ਆਊਟਸਾਈਡ ਟੂ ਇਨਸਾਈਡ। ਅਤੇ ਜਦੋਂ ਇਹ ਕਰਵ ਲੈ ਕੇ ਉੱਪਰ ਵੱਲ ਨੂੰ ਜਾ ਰਹੀ ਹੈ, ਇਹਦੇ ਵਿੱਚ ਜਦੋਂ ਓਪੋਜ਼ਿਟ ਡਾਇਰੈਕਸ਼ਨ 'ਚ ਬਲੱਡ ਮੂਵ ਕਰ ਰਿਹਾ ਤਾਂ ਅੰਦਰੋਂ ਸੋਡੀਅਮ ਤੇ ਕਲੋਰਾਈਡ ਆਇਨ ਮੂਵ ਕਰਕੇ ਕਿੱਧਰ ਨੂੰ ਜਾ ਰਹੇ, ਬਾਹਰ ਵੱਲ ਨੂੰ, ਅਗੇਨ ਇਨਟੂ ਦਾ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ। ਪਹਿਲਾਂ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ ਤੋਂ ਅੰਦਰ ਗਏ, ਫਿਰ ਅੰਦਰੋਂ ਬਾਹਰ ਆਏ। ਸੋ ਦੋਨੋਂ ਜਗ੍ਹਾ 'ਤੇ ਇੱਕ ਤਾਂ ਬਲੱਡ ਦੀ ਮੂਵਮੈਂਟ ਓਪੋਜ਼ਿਟ ਹੈ, ਇੱਕ ਆਇਨਸ ਦੇਖੋ ਪਹਿਲਾਂ ਬਾਹਰੋਂ ਅੰਦਰ ਆਏ ਫਿਰ ਅੰਦਰੋਂ ਬਾਹਰ ਗਏ। ਹੁਣ ਤੁਸੀਂ ਕਹੋਗੇ ਇਹ ਕੀ ਹੈ, ਇਹਦਾ ਕੀ ਮਤਲਬ ਹੈ ਕਿ ਮੈਡੂਲਾ ਦੇ ਵਿੱਚੋਂ ਆਇਨਸ ਪਹਿਲਾਂ ਅੰਦਰ ਗਏ ਫਿਰ ਅੱਗੇ ਜਾ ਕੇ ਬਾਹਰ ਆ ਗਏ, ਮੀਨਸ ਆਇਨਸ ਤਾਂ ਜਿਹੜੇ ਉਹ ਮੈਡੂਲਰੀ ਰੀਜਨ 'ਚ ਹੀ ਰਹਿ ਗਏ ਵੱਧ। ਕਲੀਅਰ ਹੈ ਨਾ, ਆਇਨਸ ਪਹਿਲਾਂ ਬਾਹਰ ਵੱਧ ਸੀ ਅੰਦਰ ਨੂੰ ਗਏ, ਫਿਰ ਅੱਗੇ ਜਾ ਕੇ ਅੰਦਰੋਂ ਬਾਹਰ ਆ ਗਏ। ਗੱਲ ਤਾਂ ਸੇਮ ਹੀ ਹੈ ਨਾ, ਜਿਹੜੇ ਸੋਡੀਅਮ ਤੇ ਕਲੋਰਾਈਡ ਆਏ ਨਾ ਦੁਬਾਰਾ ਤੋਂ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ 'ਚ ਆ ਗਏ। ਠੀਕ ਹੈ ਜੀ, ਇਹ ਚੀਜ਼ ਜ਼ਰੂਰੀ ਹੈ ਤਾਂ ਕਿ ਮੈਡੂਲਾ ਦੀ ਜਿਹੜੀ ਇੰਟਰਸਟੀਸ਼ੀਅਲ ਫਲੂਇਡ ਹੈ ਮੈਡੂਲਾ ਦਾ, ਉਹਦੇ ਵਿੱਚ ਆਇਨਸ ਦੀ ਕੰਸਨਟ੍ਰੇਸ਼ਨ ਨੂੰ ਹੋਲਡ ਕੀਤਾ ਜਾ ਸਕੇ, ਰੋਕਿਆ ਜਾ ਸਕੇ। ਕਿਉਂਕਿ ਜੇ ਆਇਨਸ ਇੱਥੇ ਵੱਧ ਹੋਏ ਤਾਂ ਉਹ ਕੋਈ ਵੀ ਚੀਜ਼ ਮੈਡੂਲਾ ਤੋਂ ਕੋਰਟੈਕਸ ਵੱਲ ਵੀ ਤਾਂ ਮੂਵ ਕਰ ਸਕਦੀ ਹੈ ਨਾ, ਫਰੋਮ ਹਾਇਰ ਕੰਸਨਟ੍ਰੇਸ਼ਨ ਟੂ ਲੋ, ਪਰ ਨਹੀਂ, ਅਸੀਂ ਸੋਡੀਅਮ ਤੇ ਕਲੋਰਾਈਡ ਆਇਨ ਦੀ ਕੰਸਨਟ੍ਰੇਸ਼ਨ ਨੂੰ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ 'ਚ ਹੀ ਵੱਧ ਰੱਖਣਾ ਹੈ। ਇਸ ਕਰਕੇ ਕੁਛ ਸਮੇਂ ਲਈ ਉਹ ਅੰਦਰ ਗਏ ਸੀ ਆਇਨ ਟੂ ਮੇਨਟੇਨ ਆਇਨਿਕ ਬੈਲੈਂਸ, ਫਿਰ ਅੰਦਰੋਂ ਬਾਹਰ ਆ ਗਏ ਅਗੇਨ ਟੂ ਮੇਨਟੇਨ ਆਇਨਿਕ ਬੈਲੈਂਸ ਆਫ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ, ਰਾਈਟ, ਤਾਂ ਕਿ ਮੂਵਮੈਂਟ ਕਿਤੇ ਹੋਰ ਨਾ ਹੋਵੇ ਫਲੂਇਡ ਦੀ, ਵਾਟਰ ਦੀ। ਅਸੀਂ ਇਹਨਾਂ ਆਇਨਸ ਨੂੰ ਮੈਡੂਲਾ ਦੇ ਵਿੱਚ ਹੀ ਹਾਇਰ ਰੱਖਣਾ ਹੈ। ਪਹਿਲੀ ਚੀਜ਼ ਤਾਂ ਇਹ ਹੋ ਗਈ ਕਿ ਵਾਸਾ ਰੈਕਟਾ ਦੇ ਵਿੱਚ ਕਾਊਂਟਰ ਕਰੰਟ ਚੱਲਿਆ। ਹੁਣ ਸੈਕਿੰਡ ਸਾਡੇ ਕੋਲ ਆ ਗਿਆ ਲੂਪ ਆਫ ਹੈਨਲੇ ਦੇ ਵਿੱਚ ਕਾਊਂਟਰ ਕਰੰਟ ਕਿਵੇਂ ਚੱਲਦਾ। ਠੀਕ ਹੈ, ਮੈਂ ਹੁਣ ਉਹ ਉੱਪਰਲਾ ਪਾਰਟ ਛੱਡ ਕੇ ਨੀਚੇ ਵਾਲਾ ਪਾਰਟ ਬਣਾਤਾ। ਦਿਸ ਇਜ਼ ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ, ਦਿਸ ਇਜ਼ ਅਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ, ਅਤੇ ਫਰਦਰ ਉਹ DCT, ਉਹਨੂੰ ਫਿਲਹਾਲ ਛੋੜ ਦਿਓ। ਤੁਸੀਂ ਮੈਡੂਲਾ ਪਾਰਟ ਦੇ ਵਿੱਚ ਅਸੀਂ ਚੱਲਣਾ। ਮੈਡੂਲਾ ਪਾਰਟ ਦੇ ਵਿੱਚ ਅਸੀਂ ਦੇਖਦੇ ਹਾਂ ਬਾਹਰ ਕੀ ਹੈ, ਉਹੀ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ। ਇਹ ਅੰਦਰ ਸਾਡਾ ਫਿਲਟਰੇਟ ਅੱਗੇ ਵੱਲ ਨੂੰ ਵੱਧ ਰਿਹਾ, ਜਿਹੜਾ ਗਲੋਮੈਰੂਲਸ 'ਚੋਂ ਫਿਲਟਰ ਹੋ ਕੇ ਥੱਲੇ ਵੱਲ ਨੂੰ ਆਇਆ ਸੀ। ਇੱਥੇ ਫਿਰ ਕਾਊਂਟਰ ਕਰੰਟ ਚੱਲਿਆ। ਕਿਵੇਂ? ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਦੇ ਵਿੱਚ ਬਾਹਰੋਂ ਇੰਟਰਸਟੀਸ਼ੀਅਲ ਫਲੂਇਡ ਤੋਂ ਸੋਡੀਅਮ ਤੇ ਸੇਮ ਪੁਰਾਣੀ ਵਾਲੀ ਗੱਲ, ਸੋਡੀਅਮ ਤੇ ਕਲੋਰਾਈਡ ਆਇਨ ਬਾਹਰੋਂ ਅੰਦਰ ਵੱਲ ਨੂੰ ਗਏ। ਠੀਕ ਹੈ, ਅਤੇ ਫਿਲਟਰੇਟ ਜਦੋਂ ਅੱਗੇ ਵੱਲ ਨੂੰ ਵਧਿਆ, ਉਹੀ ਆਇਨਸ ਅੰਦਰੋਂ ਬਾਹਰ ਵੱਲ ਨੂੰ ਆ ਗਏ ਅਗੇਨ ਇਨਟੂ ਦ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ, ਰਾਈਟ। ਇੱਥੇ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ, ਇੱਕ ਗੱਲ ਬਹੁਤ ਧਿਆਨ ਨਾਲ ਸਮਝਣੀ ਹੈ। ਵਾਟਰ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਮੂਵ ਕਰਦਾ ਹੈ ਹਾਈਪੋਟੋਨਿਕ ਟੂ ਹਾਈਪਰਟੋਨਿਕ। ਹਾਈਪੋ ਜਿੱਥੇ ਆਇਨਸ ਦੀ ਕੰਸਨਟ੍ਰੇਸ਼ਨ ਘੱਟ ਹੁੰਦੀ ਹੈ, ਰਾਈਟ, ਹਾਈਪਰ ਜਿੱਥੇ ਕੰਸਨਟ੍ਰੇਸ਼ਨ ਵੱਧ ਹੁੰਦੀ ਹੈ। ਵਾਟਰ ਕਿੱਧਰੋਂ ਕਿੱਧਰ ਮੂਵ ਕਰਦਾ, ਹਾਈਪੋਟੋਨਿਕ ਤੋਂ ਹਾਈਪਰਟੋਨਿਕ ਕੰਡੀਸ਼ਨ 'ਚ। ਹੁਣ ਅਸੀਂ ਧਿਆਨ ਨਾਲ ਵੇਖਾਂਗੇ, ਇੱਥੇ ਧਿਆਨ ਨਾਲ ਦੇਖੋ, ਪਹਿਲਾਂ ਅੰਦਰ ਹਾਈਪੋਟੋਨਿਕ ਕੰਡੀਸ਼ਨ ਸੀਗੀ ਅਤੇ ਬਾਹਰ ਹਾਈਪਰਟੋਨਿਕ ਸੀਗੀ, ਕਿਉਂਕਿ ਬਾਹਰ ਤਾਂ ਹਮੇਸ਼ਾ ਹੀ ਆਇਨਸ ਦੀ ਕੰਸਨਟ੍ਰੇਸ਼ਨ ਵੱਧ ਰਹੀ ਹੈ ਸੋਡੀਅਮ ਅਤੇ ਕਲੋਰਾਈਡ ਆਇਨ ਦੀ, ਰਾਈਟ। ਸੋ ਵਾਟਰ ਵਿਲ ਮੂਵ ਫਰੋਮ ਇਨਸਾਈਡ ਟੂ ਆਊਟਸਾਈਡ। ਆ ਦੇਖੋ, ਮੈਂ ਐਰੋ ਬਾਹਰ ਵੱਲ ਨੂੰ ਬਣਾਇਆ ਨਾ, ਆਹ ਦੋਨੋਂ ਆਇਨਸ ਅੰਦਰ ਵੱਲ ਨੂੰ ਜਾਣਗੇ, ਵਾਟਰ ਕਿੱਧਰੋਂ ਕਿੱਧਰ ਮੂਵ ਕਰੇਗਾ, ਫਰੋਮ ਇਨਸਾਈਡ ਟੂ ਆਊਟਸਾਈਡ। ਸੋ ਇੱਥੇ ਜਿਹੜਾ ਯੂਰਿਨ ਹੈ, ਕਿਉਂਕਿ ਪਾਣੀ ਅੰਦਰੋਂ ਬਾਹਰ ਆ ਗਿਆ, ਯੂਰਿਨ ਕੰਸਨਟ੍ਰੇਟ ਹੋ ਗਿਆ। ਆ ਦੇਖੋ, ਕੰਸਨਟ੍ਰੇਟਡ ਯੂਰਿਨ, ਸੰਘਣਾ ਕੰਸਨਟ੍ਰੇਟਡ ਯੂਰਿਨ ਹੋ ਗਿਆ। ਠੀਕ ਹੈ ਜੀ। ਹੁਣ ਜਦੋਂ ਉਹ ਫਿਲਟਰੇਟ ਅੱਗੇ ਵੱਲ ਨੂੰ ਵਧਿਆ, ਅਗੇਨ ਅੰਦਰੋਂ ਸੋਡੀਅਮ ਅਤੇ ਕਲੋਰਾਈਡ ਆਇਨ
ਬਾਹਰ ਵੱਲ ਨੂੰ ਆ ਜਾਣਗੇ ਬਿਕੋਜ਼ ਆ ਜਿਹੜੀ ਵॉल ਹੈ ਅਸੈਂਡਿੰਗ ਲਿੰਬ ਦੀ ਇਟ ਇਜ਼ ਪਰਮੀਏਬਲ ਟੂ ਸੋਡੀਅਮ ਐਂਡ ਕਲੋਰਾਈਡ ਆਇਨ। ਸੋ ਪਰਮੀਏਬਲ ਹੈ, ਇਹਦੀ ਵॉल ਸੋਡੀਅਮ ਤੇ ਕਲੋਰਾਈਡ ਆਇਨ ਨੂੰ ਬਾਹਰ ਆਣ ਦੇਗੀ। ਅਗੇਨ ਕਿਉਂ ਬਾਹਰ ਆਏ? ਟੂ ਮੇਨਟੇਨ ਆਇਨਿਕ ਕੰਸਨਟ੍ਰੇਸ਼ਨ, ਰਾਈਟ। ਸੋ ਇੱਥੇ ਕੋਈ ਵੀ ਮੂਵਮੈਂਟ ਜਿਹੜੀ ਹੋ ਰਹੀ ਹੈ ਉਹ ਆਇਓਨਿਕ ਕੰਸਨਟ੍ਰੇਸ਼ਨ ਐਸਿਡ ਬੇਸ ਕੰਸਨਟ੍ਰੇਸ਼ਨ ਨੂੰ ਮੇਨਟੇਨ ਕਰਨ ਲਈ ਹੁੰਦੀ ਹੈ। ਔਰ ਮੂਵਮੈਂਟਸ ਹਮੇਸ਼ਾ ਗ੍ਰੇਡੀਐਂਟ ਬਣ ਕੇ ਹੀ ਹੁੰਦੀ ਹੈ। ਗ੍ਰੇਡੀਐਂਟ ਦਾ ਮਤਲਬ ਹੁੰਦਾ ਇੱਕ ਜਗ੍ਹਾ ਤੇ ਹਾਇਰ ਕੰਸਨਟ੍ਰੇਸ਼ਨ ਹੁੰਦੀ ਹੈ, ਦੂਜੀ ਜਗ੍ਹਾ ਤੇ ਲੋਅਰ ਕੰਸਨਟ੍ਰੇਸ਼ਨ ਹੁੰਦੀ ਹੈ। ਜਦੋਂ ਕੰਸਨਟ੍ਰੇਸ਼ਨ ਗ੍ਰੇਡੀਐਂਟ ਡਿਵੈਲਪ ਹੋ ਜਾਂਦਾ ਹੈ ਉਦੋਂ ਮੂਵਮੈਂਟਸ ਹੁੰਦੀਆਂ ਨੇ, ਰਾਈਟ। ਹੁਣ ਅਸੀਂ ਕੀ ਦੇਖਦੇ ਹਾਂ, ਇੱਕ ਗੱਲ ਤੁਸੀਂ ਹੋਰ ਇੱਥੇ ਧਿਆਨ 'ਚ ਰੱਖਣੀ ਹੈ ਕਿ ਜਿਹੜਾ ਸਾਡੇ ਕੋਲ ਕੋਰਟੈਕਸ ਰੀਜਨ ਤੇ ਮੈਡੂਲਰੀ ਰੀਜਨ 'ਚ ਇੱਕ ਹੋਰ ਫਰਕ ਹੁੰਦਾ। ਕੋਰਟੈਕਸ ਰੀਜਨ ਦੇ ਵਿੱਚ ਆਇਓਨਿਕ ਕੰਸਨਟ੍ਰੇਸ਼ਨ ਘੱਟ ਹੁੰਦੀ ਹੈ ਐਂਡ ਜਿਹੜਾ ਇਹਦਾ ਨੰਬਰ ਹੁੰਦਾ ਹੈ, ਅਸੀਂ ਨੂਮੈਰੀਕਲੀ ਅਗਰ ਕਹੀਏ 300 ਮੋਲ ਪਰ ਲੀਟਰ, ਇਹ ਇਹਦੀ ਓਸਮੋਲੈਰਿਟੀ ਹੈ। ਤੇ ਮੈਡੂਲਾ ਰੀਜਨ ਦੇ ਵਿੱਚ ਅਸੀਂ ਦੇਖਦੇ ਹਾਂ 1200 ਮੋਲ ਪਰ ਲੀਟਰ ਹੁੰਦੀ ਹੈ, ਠੀਕ ਹੈ। ਮਤਲਬ ਕਿ ਇਹ ਜਿੰਨਾ ਤੁਸੀਂ ਨੀਚੇ ਜਾਈ ਜਾਂਦੇ ਹੋ ਨਾ ਉਨੀ ਓਸਮੋਲੈਰਿਟੀ ਵੱਧਦੀ ਹੈ। ਜੇ ਮੈਂ ਇੱਥੇ ਕੋਰਟੈਕਸ ਰੀਜਨ ਦੀ 300 ਲਿਖੀ ਹੈ ਤੇ ਮੈਡੂਲਰੀ ਰੀਜਨ ਦੀ 1200 ਲਿਖੀ ਹੈ। ਜੇ ਅਸੀਂ ਵਿੱਚ ਦਾ ਜ਼ਿਕਰ ਕਰੀਏ ਤਾਂ ਨੀਚੇ ਆਉਂਦੇ ਦੇਖੋ, ਪਹਿਲਾਂ 300 ਉੱਪਰਲੇ ਕੋਰਟੈਕਸ ਰੀਜਨ ਦੀ ਹੈ, 400 600 800 1000 ਮੈਕਸੀਮਮ ਮੈਂ ਨੀਚੇ ਦੀ ਲਿਖੀ। ਮੈਡੂਲਾ ਦੇ ਜਿੰਨਾ ਡੀਪ ਤੁਸੀਂ ਜਾਂਦੇ ਜਾਓਗੇ ਓਨੀ ਓਸਮੋਲੈਰਿਟੀ ਵੱਧ ਹੋਏਗੀ। ਔਰ ਇਸੇ ਕਰਕੇ ਕੋਰਟੈਕਸ ਤੇ ਮੈਡੂਲਰੀ ਰੀਜਨ ਦੇ ਵਿੱਚ ਜਿਹੜੀ ਹੈ ਓਸਮੋਲੈਰਿਟੀ ਦਾ ਫਰਕ ਹੁੰਦਾ ਹੈ 300 1200, ਉਹਨੂੰ ਅਸੀਂ ਕਹਿੰਦੇ ਕਿ ਕੰਸਨਟ੍ਰੇਸ਼ਨ ਗ੍ਰੇਡੀਐਂਟ ਡਿਵੈਲਪ ਹੋ ਜਾਂਦਾ ਹੈ। ਕੰਸਨਟ੍ਰੇਸ਼ਨ ਗ੍ਰੇਡੀਐਂਟ ਮੀਨਸ ਡਿਫਰੈਂਸ ਇਨ ਦਾ ਕੰਸਨਟ੍ਰੇਸ਼ਨ, ਰਾਈਟ। ਔਰ ਇੱਕ ਗੱਲ ਯਾਦ ਰੱਖਿਓ, ਜਿੰਨੀ ਲੰਬੀ ਲੂਪ ਆਫ ਹੈਨਲੇ ਹੋਏਗੀ ਉਹਨਾਂ ਕੰਸਨਟ੍ਰੇਸ਼ਨ ਗ੍ਰੇਡੀਐਂਟ ਵੱਧ ਹੋਏਗਾ, ਮੀਨਸ ਉਹਨਾਂ ਡੀਪਰ ਜਾਈ ਜਾਏਗਾ। ਜਿੰਨਾ ਤੁਸੀਂ ਡੀਪ ਜਾਓਗੇ ਓਨੀ ਹੈ ਓਸਮੋਲੈਰਿਟੀ ਵੱਧ ਹੋਏਗੀ, ਗ੍ਰੇਡੀਐਂਟ ਵੱਧ ਹੋਏਗਾ। ਗ੍ਰੇਡੀਐਂਟ ਹੁੰਦਾ ਡਿਫਰੈਂਸ, 1200 ਤੇ 300 ਦਾ ਜਿਹੜਾ ਡਿਫਰੈਂਸ ਹੈ ਉਹਨੂੰ ਗ੍ਰੇਡੀਐਂਟ ਕਹਿੰਦੇ ਆ, ਠੀਕ ਹੈ ਜੀ। ਔਰ ਅੱਗੇ ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਦੇ ਵਿੱਚ ਯਾਦ ਰੱਖਣਾ, ਜਿਹੜੇ ਸੋਡੀਅਮ ਤੇ ਪੋਟੇਸ਼ੀਅਮ ਆਇਨ ਨੇ ਉਹ ਅਸੀਂ ਦੇਖਿਆ ਕਿ ਬਾਹਰ ਵੱਲ ਨੂੰ ਆ ਰਹੇ ਨੇ, ਅਸੀਂ ਆਲਰੇਡੀ ਕਰ ਚੁੱਕੇ ਹਾਂ। ਐਂਡ ਈਵਨ ਜਿਹੜਾ ਤੁਸੀਂ ਇੱਕ ਚੀਜ਼ ਹੋਰ ਇੱਥੇ ਧਿਆਨ ਨਾਲ ਦੇਖਣਾ ਕਿ ਜਿਹੜੀ ਡਿਸੈਂਡਿੰਗ ਲਿੰਬ ਉਹ 'ਚੋਂ ਪਾਣੀ ਵੀ ਬਾਹਰ ਆਇਆ, ਦੈਟ ਮੀਨਸ ਜਿਹੜਾ ਯੂਰਿਨ ਅੱਗੇ ਵੱਲ ਨੂੰ ਮੂਵ ਕਰ ਰਿਹਾ ਇਟ ਇਜ਼ ਹਾਈਲੀ ਕੰਸਨਟ੍ਰੇਟਿਡ, ਵੈਰੀ ਕੰਸਨਟ੍ਰੇਟਿਡ ਯੂਨਿਟ, ਵੈਰੀ ਕੰਸਨਟ੍ਰੇਟਿਡ ਯੂਰਿਨ, ਰਾਈਟ। ਸੋ ਇਹ ਚੀਜ਼ ਹੋਈ ਹੈ ਡਿਸੈਂਡਿੰਗ ਤੇ ਅਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਦੇ ਵਿੱਚ। ਅੱਛਾ, ਫਰਦਰ ਅਸੀਂ ਚੱਲਦੇ ਹਾਂ। ਫਰਦਰ ਉਸ ਤੋਂ ਬਾਅਦ ਆ ਜਾਂਦੀ ਹੈ ਕਲੈਕਟਿੰਗ ਡਕਟ। ਇਹ ਤਾਂ ਇੱਕ ਨੈਫਰੋਨ ਮੈਂ ਇੱਥੇ ਸ਼ੋਅ ਕੀਤਾ ਹੈ ਕਿ ਇੱਕ ਨੈਫਰੋਨ ਨੇ ਜਿਹੜਾ ਫਿਲਟਰੇਟ ਹੈ ਉਹ ਇੱਥੇ ਪਾਸ ਕਰਤਾ ਇਨਟੂ ਦਾ ਕਲੈਕਟਿੰਗ ਡਕਟ, ਵੇਅਰ ਐਜ਼ ਇੱਥੇ ਬਹੁਤ ਸਾਰੇ ਨੈਫਰੋਨਸ ਜਿਹੜੇ ਨੇ ਉਹ ਆਪਣਾ ਫਿਲਟਰੇਟ ਇੱਥੇ ਪੋਰ ਕਰ ਦਿੰਦੇ ਤੇ ਸਾਰਾ ਜਿਹੜਾ ਸਾਰੇ ਨੈਫਰੋਨਸ ਦਾ ਜਿਹੜਾ ਫਿਲਟਰੇਟ ਆ ਉਹ ਇੱਥੇ ਆ ਜਾਂਦਾ ਇਨਟੂ ਦਾ ਕਲੈਕਟਿੰਗ ਡਕਟ। ਹੁਣ ਅਸੀਂ ਕਲੈਕਟਿੰਗ ਡਕਟ ਦੇ ਵਿੱਚ ਦੇਖਦੇ ਹਾਂ ਜਿੱਦਾਂ ਜਿੱਦਾਂ ਜਿਹੜਾ ਕਲੈਕਟਿੰਗ ਡਕਟ ਅੱਗੇ ਵੱਲ ਨੂੰ ਮੈਡੂਲਰੀ ਰੀਜਨ ਵੱਲ ਨੂੰ ਮੂਵ ਕਰ ਰਹੀ, ਥੱਲੇ ਵੱਲ ਨੂੰ ਮੂਵ ਕਰ ਰਹੀ ਹੈ, ਓਨਾ ਹੀ ਆਊਟਰ ਰੀਜਨ ਜਿਹੜਾ ਹਾਈਪਰਟੋਨਿਕ ਹੁੰਦਾ ਜਾ ਰਿਹਾ। ਹਾਈਪਰਟੋਨਿਕ ਦਾ ਮਤਲਬ ਹੈ ਮੋਰ ਕੰਸਨਟ੍ਰੇਸ਼ਨ ਆਫ ਆਇਨਸ ਨੇ ਬਾਹਰ। ਅਸੀਂ ਆਲਰੇਡੀ ਕਰ ਚੁੱਕੇ ਹਾਂ ਕਿ ਜਿਹੜਾ ਇੰਟਰਸਟੀਸ਼ੀਅਲ ਫਲੂਇਡ ਆਫ ਮੈਡੂਲਾ ਹੈ ਉਹਦੇ ਵਿੱਚ ਆਇਨਸ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਹੁੰਦੀ। ਜਿੰਨਾ ਅਸੀਂ ਡੀਪ ਜਾਂਦੇ ਹਾਂ, ਦੇਖੋ ਨਾ ਡੀਪ ਜਾ ਕੇ 1200 ਮੋਲ ਪਰ ਲੀਟਰ ਹੈ, ਠੀਕ ਹੈ ਜੀ। ਸੋ ਜਿੰਨਾ ਅਸੀਂ ਡੀਪ ਜਾਂਦੇ ਹਾਂ ਉਨੀ ਵੱਧ ਹਾਈਪਰਟੋਨਿਕ ਤੁਹਾਨੂੰ ਰੀਜਨ ਮਿਲੂਗਾ, ਠੀਕ ਹੈ, ਬਾਹਰ। ਤੇ ਜਿਹੜਾ ਅੰਦਰ ਰੀਜਨ ਹੈ ਉਹ ਹਾਈਪੋਟੋਨਿਕ ਹੈ। ਹਾਈਪੋ ਵਾਈ? ਬਿਕੋਜ਼ ਤੁਸੀਂ ਦੇਖਿਆ ਪਿੱਛੋਂ ਹਾਈਲੀ ਕੰਸਨਟ੍ਰੇਟਡ ਯੂਰਿਨ ਆ ਰਿਹਾ, ਹਾਈਪੋਟੋਨਿਕ ਯੂਰਿਨ ਪਿੱਛੋਂ ਦੀ ਆ ਰਿਹਾ। ਸੋ ਇੱਥੇ ਅੰਦਰ ਹਾਈਪੋਟੋਨਿਕ ਕੰਡੀਸ਼ਨ ਹੈ, ਬਾਹਰ ਹਾਈਪਰ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਜਿਹੜੀ ਕਲੈਕਟਿੰਗ ਡਕਟ ਹੈ ਇੱਥੇ ਇੱਕ ਹਾਰਮੋਨ ਐਕਟ ਕਰਦੀ ADH, ਐਂਟੀ ਡਾਇਯੂਰੇਟਿਕ ਹਾਰਮੋਨ, ਜਿਹਦੇ ਇਫੈਕਟ ਦੇ ਕਾਰਨ ਮੋਰ ਐਂਡ ਮੋਰ ਵਾਟਰ ਕਮਸ ਆਊਟ ਆਫ ਦਿਸ ਕਲੈਕਟਿੰਗ ਟਿਬਿਊਲ। ਕਲੈਕਟਿੰਗ ਟਿਊਬ ਦੇ ਵਿੱਚੋਂ, ਕਲੈਕਟਿੰਗ ਡਕਟ ਦੇ ਵਿੱਚੋਂ ਮੋਰ ਐਂਡ ਮੋਰ ਵਾਟਰ ਕਮਸ ਆਊਟ ਇਨਟੂ ਦਾ ਮੈਡੂਲਰ ਰੀਜਨ ਤੇ ਅੰਦਰਲਾ ਜਿਹੜਾ ਯੂਰਿਨ ਹੈ ਹੋਰ ਜ਼ਿਆਦਾ ਸੰਘਣਾ ਹੁੰਦਾ ਜਾ ਰਿਹਾ, ਕੰਸਨਟ੍ਰੇਟ ਹੁੰਦਾ ਜਾ ਰਿਹਾ। ਐਂਡ ਈਵਨ ਇਸ ਜਗ੍ਹਾ ਤੇ ਯੂਰੀਆ ਵੀ ਬਾਹਰ ਆਉਂਦਾ ਹੈ, ਉੱਥੇ ਵੀ ਇੱਕ ਹਾਰਮੋਨ, ਯੂਰੀਆ ਤੇ ਵੀ ਇੱਕ ਹਾਰਮੋਨ ਐਕਟ ਕਰਦੀ ਹੈ ਜਿਹਦੇ ਕਰਕੇ ਯੂਰੀਆ ਵੀ ਕਲੈਕਟਿੰਗ ਟਿਊਬ ਚੋਂ ਬਾਹਰ ਵੱਲ ਨੂੰ ਆ ਜਾਂਦਾ। ਮੀਨਸ ਯੂਰਿਨ ਦੇ ਨਾਲ ਨਹੀਂ ਜਾ ਰਿਹਾ, ਬਾਹਰ ਵੱਲ ਨੂੰ ਆ ਰਿਹਾ, ਠੀਕ ਹੈ। ਸੋ ਬੇਸਿਕਲੀ ਅਸੀਂ ਕੀ ਦੇਖਿਆ, 3 ਆਇਨਸ ਨੇ ਜਿਹੜੇ ਆ ਸਾਰਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਮੇਨਟੇਨ ਕਰਦੇ ਨੇ, ਸੋਡੀਅਮ, ਕਲੋਰਾਈਡ ਐਂਡ ਯੂਰੀਆ।
ਜਿਹਦੇ ਕਰਕੇ ਆ ਸਾਰਾ ਕੰਸਨਟ੍ਰੇਸ਼ਨ ਗ੍ਰੇਡੀਅੰਟ ਤੇ ਓਸਮੋਲੈਰਿਟੀ ਮੇਨਟੇਨ ਰਹਿੰਦੀ ਹੈ, ਜਿਹਦੇ ਕਰਕੇ ਵਾਟਰ ਅੰਦਰੋਂ ਬਾਹਰ ਵੱਲ ਨੂੰ ਆਉਂਦਾ ਤੇ ਅੰਦਰਲਾ ਜਿਹੜਾ ਯੂਰਿਨ ਹੈ ਉਹ ਹਾਈਲੀ ਕੰਸਨਟ੍ਰੇਟਡ ਹੋ ਜਾਂਦਾ ਹੈ। ਠੀਕ ਹੈ, ਤੁਸੀਂ ਕਹੋਗੇ ਕਿ ਯੂਰੀਆ ਤਾਂ ਸਾਡੇ ਲਈ ਵੇਸਟ ਹੈ ਤੇ ਇਹਨੂੰ ਬੋਡੀ 'ਚੋਂ ਬਾਹਰ ਐਕਸਕ੍ਰੀਟ ਆਊਟ ਕਰ ਦੇਣਾ ਚਾਹੀਦਾ ਇਨ ਵਿਦ ਯੂਰਿਨ, ਪਰ ਇਹ ਬਾਹਰ ਇਸ ਕਲੈਕਟਿੰਗ ਟਿਊਬ ਡਕਟ ਦੇ ਵਿੱਚੋਂ ਬਾਹਰ ਵੱਲ ਨੂੰ ਕਿਉਂ ਆ ਰਿਹਾ ਮੈਡੂਲਰੀ ਇੰਟਰਸਟੀਸ਼ੀਅਲ ਫਲੂਇਡ 'ਚ? ਬਿਕੋਜ਼ ਸਾਨੂੰ ਕੁਛ ਅਮਾਊਂਟ ਆਫ ਯੂਰੀਆ ਚਾਹੀਦਾ ਟੂ ਮੇਨਟੇਨ ਗ੍ਰੇਡੀਅੰਟ, ਇੱਕ ਡਿਫਰੈਂਸ ਮੇਨਟੇਨ ਕਰਨਾ ਅੰਦਰਲਾ ਤੇ ਬਾਹਰਲੇ ਦਾ, ਤਾਂ ਹੀ ਮੂਵਮੈਂਟਸ ਹੋਣਗੀਆਂ ਨਾ। ਜੇ ਬਾਹਰ ਬਿਲਕੁਲ ਹੀ ਯੂਰੀਆ ਨਹੀਂ ਹੋਏਗਾ ਤਾਂ ਵੀ ਮੂਵਮੈਂਟਸ ਨਹੀਂ ਹੋਣਗੀਆਂ। ਸੋ ਦੀਜ਼ 3 ਆਇਨਸ, ਸੋਡੀਅਮ, chloride ion ਤੇ ਯੂਰੀਆ, these are responsible for maintaining concentration gradient and osmolarity, right? ਸੋ ਇਹ ਸੀ ਸਾਡਾ ਕਾਊਂਟਰ ਕਰੰਟ ਮਕੈਨਿਜ਼ਮ। ਮੇਨਲੀ ਹੈ ਕੀ ਹੈ, ਕੁਝ ਆਇਨਸ ਨੇ ਜਿਨ੍ਹਾਂ ਦੀ ਮੂਵਮੈਂਟ ਕਰਕੇ ਅੰਦਰੋਂ ਬਾਹਰ ਬਾਹਰੋਂ ਅੰਦਰ ਕੰਸਨਟ੍ਰੇਸ਼ਨ ਗ੍ਰੇਡੀਐਂਟ ਮੇਨਟੇਨ ਹੁੰਦਾ, ਓਸਮੋਲੈਰਿਟੀ ਮੇਨਟੇਨ ਹੁੰਦੀ ਹੈ ਤੇ ਵਾਟਰ ਜਿਹੜਾ ਹੈ ਉਹ ਅੰਦਰੋਂ ਬਾਹਰ ਵੱਲ ਨੂੰ ਆਉਂਦਾ ਹੈ, ਜਿਹਦੇ ਕਰਕੇ ਯੂਰਿਨ ਕੰਸਨਟ੍ਰੇਟਡ ਹੋ ਜਾਂਦਾ ਹੈ। ਔਰ ਅਸੀਂ ਕਹਿੰਦੇ ਹਾਂ ਕਿ ਹਿਊਮਨਸ ਦੀ ਬੋਡੀ ਦੇ ਵਿੱਚੋਂ, ਬਰਡਸ ਦੀ ਬੋਡੀ 'ਚੋਂ, ਕਈ ਮੈਮਲਸ ਦੀ ਬੋਡੀ ਦੇ ਵਿੱਚੋਂ ਹਾਈਲੀ ਕੰਸਨਟ੍ਰੇਟਡ ਯੂਰਿਨ ਜਿਹੜਾ ਪਾਸ ਹੁੰਦਾ ਹੈ, ਅਬਾਊਟ 4 ਟਾਈਮਸ ਮੋਰ ਕੰਸਨਟ੍ਰੇਟਡ ਦੈਨ ਦਿਸ ਫਿਲਟਰੇਟ ਜਿਹੜਾ ਸ਼ੁਰੂ 'ਚ ਫਿਲਟਰ ਹੋਇਆ ਸੀ, ਰਾਈਟ। ਜਿਹੜੀ ਅਸੀਂ ਯੂਨਿਟਸ ਕੀਤੇ ਨੇ ਮੋਸਮੋਲ ਪਰ ਲੀਟਰ, ਜਿਹੜਾ ਅਸੀਂ ਕੀਤਾ ਨਾ ਕੋਰਟੈਕਸ ਰੀਜਨ ਦਾ 300 ਹੈ ਤੇ ਡੀਪ ਇਨਟੂ ਦਾ ਮੈਡੂਲਾ 1200 ਹੈ। ਜੇ ਪਰ ਲੀਟਰ ਚਲਾਉਂਗੇ ਦੈਨ ਵੀ ਯੂਜ਼ ਟਰਮ ਓਸਮੋਲੈਰਿਟੀ, ਜੇ ਪਰ ਕੇਜੀ ਚਲਾਉਂਗੇ ਦੈਨ ਵੀ ਯੂਜ਼ ਟਰਮ ਓਸਮੋਲੈਲਿਟੀ। ਉਹ ਕੈਮਿਸਟਰੀ ਦੀਆਂ ਟਰਮਸ ਹੁੰਦੀਆਂ ਨੇ, ਮੋਲੈਰਿਟੀ ਐਂਡ ਮੋਲੈਲਿਟੀ, ਰਾਈਟ। ਸੋ ਹੇਅਰ osmolarity and osmolality. So these are the 2 different terms. So here topic, very important topic ਜਿਹੜਾ ਅਸੀਂ ਉਹਨੇ ਫਿਨਿਸ਼ ਕੀਤਾ, that is counter current mechanism.